ਮੰਦਭਾਗੀ ਗੱਲ ਲੋਕਤੰਤਰ ਦੇ ਵਿੱਚ ਨਹੀਂ ਹੋ ਸਕਦੀ। ਸਰ ਇੱਕ ਮੰਤਰੀ ਦੇ ਇਸ਼ਾਰੇ ਦੇ ਉੱਤੇ ਸਭ ਕੁਝ ਹੋ ਸਕਦਾ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਕੁਝ ਵੀ ਕਰਾ ਸਕਦਾ। ਯੈਸ ਰਾਈਟਿੰਗ ਕਾਪੀ ਸਭ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਹੈ ਔਰ ਜਿੱਥੇ ਵੀ ਕੋਈ ਇੱਕ ਜਾਲੀ ਵੀ ਵੋਟ ਪੈ ਗਈ ਉਹ ਸਾਰੇ ਬੰਦੇ ਅੰਦਰ ਹੋਣੇ ਚਾਹੀਦੇ ਨੇ। ਜਿਹੜੇ ਬੰਦੇ ਇਹ ਸਾਰੇ ਬੰਦੇ ਸਟੈਕ ਤੇ ਨੇ, ਇਹ ਸਾਰੇ ਸਿਸਟਮ ਨੂੰ ਲੋਕਾਂ ਨੂੰ ਖਤਮ ਕਰ ਦੇਣਾ ਚਾਹੀਦਾ ਔਰ ਮੈਂ ਇਹ ਗੱਲ ਬੇਨਤੀ ਕਰਨੀ ਚਾਹਣਾ ਵੀ ਸਾਰੇ ਬੰਦੇ ਰੋਡ ਤੇ ਆ ਜਾਓ। ਇਹ ਕਿਸਾਨਾਂ ਦੇ ਮੁੱਦੇ ਨਾਲੋਂ ਵੀ ਵੱਡੀ ਗੱਲ ਹੈ। ਬੀਬੀਪੀ ਨੂੰ ਪੰਜਾਬ ਹਰਿਆਣਾ ਹਿਮਾਚਲ ਗੱਲ ਮੁੱਦੇ ਦੇ ਵਿੱਚ ਲੈ ਕੇ ਆਏ ਹਾਂ, ਜਿੱਥੇ ਕੱਲ ਪੰਜਾਬ ਦੇ ਵਿੱਚ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਜ਼ਰੂਰ ਹੋਈਆਂ, ਪਰ ਜੇਕਰ ਗੱਲ ਕੀਤੀ ਜਾਵੇ ਭਵਾਨੀਗੜ੍ਹ ਦਾ ਵਾਰਡ ਨੰਬਰ 10 ਸੁਰਖੀਆਂ ਦੇ ਵਿੱਚ ਆ। ਇਹ ਵੀ ਤੁਹਾਨੂੰ ਦੱਸਾਂਗੇ ਵੀ ਕਿਉਂ ਤੇ ਕਿਸ ਲਈ। ਸਾਰਿਆਂ ਨਾਲੋਂ ਪਹਿਲਾਂ ਗੱਲ ਕਰਦੇ ਹਾਂ ਐਡਵੋਕੇਟ ਦਸਵੀਰ ਸਿੰਘ ਡੱਲੀ ਸਾਡੇ ਨਾਲ ਮੌਜੂਦ ਨੇ। ਡੱਲੀ ਸਾਹਿਬ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ। ਧੰਨਵਾਦ ਜੀ ਬਹੁਤ-ਬਹੁਤ BBC ਨਿਊਜ਼ ਤੇ ਦਰਸ਼ਕਾਂ ਨੂੰ ਤੁਸੀਂ ਮੈਨੂੰ ਉਹਨਾਂ ਨਾਲ। ਡੱਲੀ ਸਾਹਿਬ ਦੇਖਣ ਨੂੰ ਮਿਲਿਆ ਜਿੱਥੇ ਅਕਸਰ ਸੁਣਦੇ ਸੀ ਕਿ ਪਹਿਲਾਂ ਵੀ ਫਲਾਣੇ ਦੀ ਵੋਟ ਜਲਦੀ ਪੈ ਗਈ, ਜਦੋਂ ਵੋਟ ਪਾਉਣ ਜਾਂਦੇ ਸੀ ਕਹਿੰਦੇ ਸੀ ਤੁਹਾਡੀ ਵੋਟ ਭੁਗਤ ਚੁੱਕੀ, ਪਰ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਪੰਜਾਬ ਦੇ ਇਤਿਹਾਸ ਦੇ ਵਿੱਚ ਭਵਾਨੀਗੜ੍ਹ ਵਾਰਡ ਨੰਬਰ 10 ਦੇ ਵਿੱਚ ਜਿੱਥੇ ਇੱਕ BJP ਦੀ ਕੈਂਡੀਡੇਟ ਹੋਵੇ ਪਰ ਉਹਦੀ ਵੋਟ ਜਦੋਂ ਉਹ ਆਪ ਦੀ ਵੋਟ ਪਾਉਣ ਗਿਆ ਤਾਂ ਉਹਨਾਂ ਨੂੰ ਕਹਿ ਦਿੱਤਾ ਕਿ ਤੁਹਾਡੀ ਵੋਟ ਪੈ ਚੁੱਕੀ। ਕਿਸ ਤਰ੍ਹਾਂ ਦੇਖਦੇ ਹੋ? ਇਦੋਂ ਮੰਦਭਾਗੀ ਗੱਲ ਲੋਕਤੰਤਰ ਦੇ ਵਿੱਚ ਨਹੀਂ ਹੋ ਸਕਦੀ। ਇਹ ਲੋਕਤੰਤਰ ਦੇ ਉੱਤੇ ਪੂਰਾ ਕਰਾਰਾ ਚਪੇੜ ਹੈ ਔਰ ਉਸ ਤੰਤਰ ਤੇ ਉਸ ਐਡਮਿਨਿਸਟ੍ਰੇਸ਼ਨ ਤੇ ਜਿਹੜੇ ਉੱਥੇ ਆਫੀਸਰ ਸੀ ਉਹਨਾਂ ਦੇ ਉੱਤੇ ਇਦੋਂ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਇੱਕ ਕੈਂਡੀਡੇਟ ਦੀ ਵੋਟ ਕੋਈ ਹੋਰ ਪਾ ਜੇ। ਔਰ ਮੈਂ ਕਹਿੰਦਾ ਵੀ ਪਹਿਲਾਂ ਵੀ ਇਹ ਲੋਕਾਂ ਨੂੰ ਚੱਕਣੀ ਚਾਹੀਦੀ ਸੀ ਜੇ ਕੋਈ ਜਾਲੀ ਵੋਟ ਪੈਂਦੀ ਹੈ। ਕਿਸੇ ਨੇ ਕੋਈ ਬੌਦਰ ਨਹੀਂ ਕੀਤਾ ਔਰ ਉਹ ਬੰਦੇ ਦਾ ਬਿਆਨ ਮੈਂ ਸੁਣਿਆ, ਉਹਨੇ ਇਹ ਗੱਲ ਕਹੀ ਹੈ ਕਿ ਜੀ ਮੇਰੀ ਤਾਂ ਗੱਲ ਕਿਸੇ ਨੇ ਸੁਣੀ ਹੋਣੀ, ਉਹਨੂੰ ਐਂ ਕਹਿਤਾ ਵੀ ਤੂੰ ਜਾ ਭਾਈ ਤੇਰੀ ਤਾਂ ਵੋਟ ਪੈ ਗਈ। ਇਹ ਇੱਕ ਬਹੁਤ ਹੀ ਸੀਰੀਅਸ ਮੈਟਰ ਹੈ। ਜੇ ਇਹ ਲੋਕਤੰਤਰ ਦੇ ਵਿੱਚ ਸਿਰਫ ਇੱਕ ਵੋਟ ਹੀ ਹੈ ਜਿਹੜੀ ਲੋਕਤੰਤਰ ਦਾ ਨਹੀਂ ਹੈ, ਵੋਟ ਦੇ ਨਾਲ ਹੀ ਲੋਕਤੰਤਰ ਬਣਦਾ। ਜੇ ਉਹੀ ਕਰਪਟ ਹੈ ਤਾਂ ਫਿਰ ਕੁਛ ਨਹੀਂ ਬਣ ਸਕਦਾ ਇਸ ਦੇਸ਼ ਦਾ। ਇਸ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਜਿਹੜਾ ਕਿ ਕਹਿੰਦਾ ਮੈਂ ਬਹੁਤ ਵੱਡੇ ਲੋਕਤੰਤਰ ਨਾਲ ਜਿੱਤ ਕੇ ਆਇਆ, ਇਟ ਮੀਨਸ ਉਹ ਵੀ ਇੱਦਾਂ ਹੀ ਜਿੱਤਿਆ। ਜੇ ਇੱਕ ਮੰਤਰੀ ਇਹ ਕੁਛ ਕਰਾ ਸਕਦਾ ਹੈ ਵੀ ਸਾਰੇ ਪ੍ਰੈਜ਼ਾਈਡਿੰਗ ਆਫੀਸਰ ਉੱਥੇ ਪੋਲਿੰਗ ਆਫੀਸਰ ਏਜੰਟ ਜੇ ਸਾਰੇ ਬੰਦੇ ਵਿਕ ਸਕਦੇ ਨੇ ਜਾਂ ਸਾਰੇ ਬੰਦਿਆਂ ਨੂੰ ਅੱਖਾਂ ਦੇ ਵਿੱਚ ਧੂਲ ਸਿੱਟੀ ਜਾ ਸਕਦੀ ਹੈ ਫਿਰ ਤਾਂ ਦੇਸ਼ ਦੇ ਵਿੱਚ ਕੁਝ ਵੀ ਕੀਤਾ ਜਾ ਸਕਦਾ ਹੈ। ਯਾਨੀ ਕਿ ਕਹਿਣਾ ਚਾਹੁੰਦੇ ਹੋ ਕਿ ਜੇਕਰ ਇੱਕ ਮੰਤਰੀ ਦੇ ਇਸ਼ਾਰੇ ਦੇ ਉੱਤੇ ਸਭ ਕੁਝ ਹੋ ਸਕਦਾ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਕੁਝ ਵੀ ਕਰਾ ਸਕਦੇ। ਯੈਸ, ਇੱਕ ਮੰਤਰੀ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਮੈਂ ਸਾਰੀਆਂ ਸੀਟਾਂ ਜਿੱਤਾਂ ਔਰ ਦੱਸਾਂ ਵੀ ਕਾਂਗਰਸ ਬਹੁਤ ਲੋਕਪ੍ਰਿਯ ਹੈ, ਤਾਂ ਫਿਰ BJP ਨੂੰ ਕਿਉਂ ਨਹੀਂ ਜਿਤਾ ਰਹੇ ਨੇ ਉਹ। ਬਿਹਾਰ 'ਚ ਲਾ ਲਓ, ਕਿਤੇ ਹੋਰ ਲਾ ਲਓ, ਅਸਾਮ 'ਚ ਵੀ ਹੁਣ ਇਹੀ ਕੰਮ ਕਰਨਗੇ। ਇਹ ਇੱਕ ਆਪਾਂ ਨੇ ਸਾਹਮਣੇ ਪਿਕਚਰ ਲੁਕੀ ਹੋਈ ਸੀ। ਲੋਕ ਕਹਿੰਦੇ ਸੀ ਵੀ ਇਹ ਕਿਵੇਂ ਹੋ ਰਿਹਾ, ਨਹੀਂ ਜੀ ਮੰਨਦੇ ਨਹੀਂ ਸੀ। ਹੁਣ ਤਾਂ ਗੱਲ ਕਲੀਅਰ ਹੋ ਗਈ ਕਿ ਇੱਕ ਕੈਂਡੀਡੇਟ ਦੀ ਵੋਟ ਹੀ ਕੋਈ ਹੋਰ ਪਾ ਗਿਆ। ਇਦੋਂ ਵੱਧ ਕੇ ਕੀ ਪ੍ਰੂਫ ਚਾਹੀਦਾ ਹੈ? ਇਹ ਪ੍ਰੈਜ਼ਾਈਡਿੰਗ ਆਫੀਸਰ ਸਭ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਔਰ ਜਿੱਥੇ ਵੀ ਕੋਈ ਇੱਕ ਜਾਲੀ ਵੀ ਵੋਟ ਪੈ ਗਈ ਉਹ ਸਾਰੇ ਬੰਦੇ ਅੰਦਰ ਹੋਣੇ ਚਾਹੀਦੇ ਨੇ ਜਿਹੜੇ ਬੰਦੇ ਉੱਥੇ ਹੈਗੇ ਸੀ, ਕਿਉਂਕਿ ਉਹਨਾਂ ਨੇ ਆਧਾਰ ਕਾਰਡ ਸਾਈਨ ਜਿਹੜੀ ਇੱਥੇ ਲਾਉਣੀ ਹੈ, ਸਿਆਹੀ ਲਾਉਣੀ ਹੈ। ਉਸ ਤੋਂ ਬਾਅਦ ਜਦੋਂ ਬੰਦਾ ਵੋਟ 'ਤੇ ਬਟਨ ਦੱਬਣ ਜਾਂਦਾ ਪ੍ਰੈਜ਼ਾਈਡਿੰਗ ਆਫੀਸਰ ਪਹਿਲਾਂ ਔਨ ਕਰਦਾ ਫਿਰ ਉਹਦਾ ਦੱਬਿਆ ਜਾਂਦਾ। ਇਦੋਂ ਇੰਨੇ ਚੈੱਕ ਹੋਣ ਦੇ ਬਾਵਜੂਦ ਲੋਕ ਫਿਰ ਇੱਦਾਂ ਦੀਆਂ ਗੱਲਾਂ। ਔਰ ਇਹ ਮੈਂ ਸਮਝਦਾ ਇਹ CM ਪੰਜਾਬ ਤੇ ਪ੍ਰਾਈਮ ਮਿਨਿਸਟਰ ਆਲ ਆਰ ਰਿਸਪੋਂਸੀਬਲ। ਇਹ ਸਾਰੇ ਬੰਦੇ ਸਟੈਕ ਤੇ ਨੇ, ਇਹ ਸਾਰੇ ਸਿਸਟਮ ਨੂੰ ਲੋਕਾਂ ਨੂੰ ਖਤਮ ਕਰ ਦੇਣਾ ਚਾਹੀਦਾ। ਔਰ ਮੈਂ ਇਹ ਗੱਲ ਬੇਨਤੀ ਕਰਨੀ ਚਾਹਣਾ ਵੀ ਸਾਰੇ ਬੰਦੇ ਰੋਡ ਤੇ ਆ ਜਾਓ। ਇਹ ਕਿਸਾਨਾਂ ਦੇ ਮੁੱਦੇ ਨਾਲੋਂ ਵੀ ਵੱਡੀ ਗੱਲ ਹੈ। ਕੱਲ੍ਹ ਨੂੰ ਇਹ ਤਾਂ ਕਿਹਨੂੰ ਮਰਜ਼ੀ ਜਿਤਾ ਲਓ ਤੁਸੀਂ। ਕਮਲੇ ਬੋਲੇ ਲੋਕ ਕਹਿੰਦੇ ਨੇ ਵੀ ਕਮਲੇ ਬੋਲਿਆਂ ਨੂੰ ਜਿਤਾਈ ਜਾਂਦੇ ਹੋ, ਉਹ ਅਸੀਂ ਤਾਂ ਸਹੀ ਨੂੰ ਜਿਤਾਉਣੇ ਆ, ਉੱਥੇ ਹੋ ਹੀ ਕੁਝ ਹੋਰ ਜਾਂਦਾ, ਸਾਡੀਆਂ ਵੋਟਾਂ ਹੀ ਕਿਤੇ ਹੋਰ ਪੈ ਜਾਂਦੀਆਂ ਨੇ। ਇਸ ਲਈ ਇਹ ਲੋਕਾਂ ਨੂੰ ਇਹ ਅੱਗੇ ਆਉਣ ਦੀ ਲੋੜ ਹੈ। ਇਹ ਸਾਰੇ ਦੇਸ਼ ਦੇ ਵਿੱਚ ਇਹ ਗੱਲ ਖਤਮ ਕਰਨ ਦੀ ਲੋੜ ਹੈ। ਇਹ ਸਾਨੂੰ ਇਹ ਸੰਗਰੂਰ ਨੂੰ ਇਹ ਭਾਗ ਪ੍ਰਾਪਤ ਹੋਇਆ ਵੀ ਇਹ ਮਾੜਾ ਕੰਮ ਸੰਗਰੂਰ ਦੇ ਵਿੱਚ ਸਾਹਮਣੇ ਆਇਆ। ਤੁਸੀਂ ਦੇਖੋ ਕਿੰਨੀ ਵੱਡੀ ਗੱਲ ਹੈ। ਡੱਲੀ ਸਾਹਿਬ ਅਕਸਰ ਦੇਖਿਆ ਜਾਂਦਾ ਜੇਕਰ ਕ੍ਰਾਂਤੀ ਦੀ ਗੱਲ ਕਰੀਏ, ਕੋਈ ਵੀ ਕ੍ਰਾਂਤੀ ਤਾਂ ਸੰਗਰੂਰ ਸ਼ਹਿਰ ਦੇ ਵਿੱਚੋਂ ਹੀ ਸਟਾਰਟ ਹੋਈ ਆ। ਤੁਹਾਡਾ ਕਹਿਣ ਦਾ ਮਤਲਬ ਆ ਜੇ ਅੱਜ ਸਰਕਾਰਾਂ ਦਾ ਮੰਤਰੀਆਂ ਦੀ ਪੋਲ ਖੁੱਲੀ ਹੈ ਤਾਂ ਸੰਗਰੂਰ ਦੇ ਵਿੱਚੋਂ ਹੀ ਖੁੱਲੀ। ਬਿਲਕੁਲ ਇਹ ਸਹੀ ਗੱਲ ਹੈ। ਸੰਗਰੂਰ ਨੂੰ ਇਸ ਗੱਲ ਦੇ ਵਿੱਚ ਕਦੇ ਨਾ ਕਦੇ ਯਾਦ ਕੀਤਾ ਜਾਊਗਾ ਕਿ ਇਹ ਰਾਜ ਪਲਟਾ, ਇਹ ਜਿਹੜੀ ਰਾਜਨੀਤੀ ਹੈ ਇਹਦੇ ਵਿੱਚ ਪ੍ਰੋਪਰ ਰਾਜਨੀਤੀ ਨੂੰ ਸਹੀ ਲਿਆਉਣ ਦੇ ਵਿੱਚ ਸੰਗਰੂਰ ਦਾ ਮੋਹਰੀ ਰੋਲ ਹੋਊਗਾ, ਤਾਂ ਕਿ ਇਹ ਸਿਸਟਮ ਨੂੰ ਔਰ ਰਾਜਨੀਤਿਕ ਲੈਵਲ 'ਤੇ ਲੋਕਾਂ ਦੇ ਲਈ ਸਹੀ ਸਿਸਟਮ ਲਿਆਉਣ ਦੇ ਲਈ ਇਹ ਸਾਰੇ ਨੇਤਾਵਾਂ ਨੂੰ ਬਦਲਣ ਦੀ ਲੋੜ ਹੈ। ਇਹ ਸਾਰੇ ਆਫੀਸਰਸ ਜਿਹੜੇ ਇਹਨਾਂ ਨੇ ਆਪਦੇ ਬਣਾਏ ਹੋਏ ਨੇ, ਇਹਦਾ ਮਤਲਬ ਹੈ ਇਲੈਕਸ਼ਨ ਕਮਿਸ਼ਨ ਵੀ ਇਹਨਾਂ ਦਾ, ਉਹਨੇ ਕੁਛ ਨਹੀਂ ਕੀਤਾ। ਜਦ ਕਿ 67 ਸੈਕਸ਼ਨ ਕਹਿੰਦੀ ਹੈ ਇਹ ਇਹਦੀ ਇਲੈਕਸ਼ਨ ਕਮਿਸ਼ਨ ਐਕਟ ਦੀ ਕਿ ਉਸ ਨੂੰ ਉਸੇ ਟਾਈਮ ਉਹਨੂੰ ਵਾਇਡ ਡਿਕਲੇਅਰ ਕਰ ਦੇਣਾ ਚਾਹੀਦਾ, ਨਹੀਂ ਕੀਤਾ।
ਵਾਏ ਇਟ ਮੀਨਸ ਇਹ ਸਾਰੇ ਬੰਦੇ ਰਲੇ ਹੋਏ ਨੇ, ਇਹਨੂੰ ਕਲੈਪਸ ਹੋ ਗਿਆ ਆਪਣਾ ਦੇਸ਼ ਦਾ ਸਿਸਟਮ। ਲੋਕਾਂ ਨੂੰ ਬਾਹਰ ਆਉਣਾ ਚਾਹੁੰਦਾ ਆਪਦੇ ਰੋਟੀ ਕੱਪੜੇ ਛੱਡ ਕੇ, ਜਿਵੇਂ ਕਿ ਅੱਜ ਕਿਸਾਨੀ ਅੰਦੋਲਨ ਸਾਰੇ ਬੰਦੇ ਬੈਠੇ ਨੇ, ਐਂ ਤਾਂ ਇਹ ਦੇਸ਼ ਨੂੰ ਆਪਾਂ ਸਹੀ ਰੱਖ ਸਕਦੇ। ਕੀ ਕਹਿਣਾ ਚਾਹੁੰਦੇ ਹੋ? ਸਿੱਧਾ ਸਿੱਧਾ ਕਿਤੇ ਨਾ ਕਿਤੇ ਲੋਕਤੰਤਰ ਖਤਮ ਤੇ ਲੋਕਤੰਤਰ ਦੇ ਉੱਤੇ ਸਿੱਧੀ ਕਰਾਰੀ ਚਪੇੜ ਮਾਰੀ ਗਈ ਹੈ ਜੀ। ਸਿੱਧੂ ਸਾਹਿਬ, ਲੋਕਤੰਤਰ ਤਾਂ ਸਾਨੂੰ ਕਿਹਾ ਜਾਂਦਾ, ਐਕਚੁਅਲੀ ਇਹ ਡਿਕਟੇਟਰਸ਼ਿਪ ਹੈ, ਇਹ ਬਿਲਕੁਲ ਖਤਮ ਹੋਣੀ ਚਾਹੀਦੀ ਹੈ ਔਰ ਲੋਕਤੰਤਰ ਬਹਾਲ ਹੋਣਾ ਚਾਹੀਦਾ। ਹਾਲੇ ਆਇਆ ਨਹੀਂ, ਉਹ ਲਿਆਉਣਾ ਆਪਾਂ ਰਲ ਕੇ। ਡੱਲੀ ਸਾਹਿਬ, ਤੁਹਾਨੂੰ ਨਹੀਂ ਲੱਗਦਾ ਵੀ ਜੇਕਰ ਸਰਕਾਰਾਂ ਹਰ ਚਾਹੇ ਅਕਾਲੀ ਸਰਕਾਰ ਹੋਵੇ, ਚਾਹੇ ਭਾਜਪਾ, ਚਾਹੇ ਕਾਂਗਰਸ, ਜੇਕਰ ਇਹੋ ਜਿਹਾ ਕੁਛ ਹੀ ਕਰਨਾ, ਫਿਰ ਮੈਨੂੰ ਨਹੀਂ ਲੱਗਦਾ ਵੀ ਮਿਊਨਿਸਪਲ ਜਾਂ ਛੋਟੀਆਂ ਇਲੈਕਸ਼ਨਾਂ ਦੀ ਜ਼ਰੂਰਤ ਆ। ਇਸ ਸਰਕਾਰਾਂ ਕਿਉਂ ਨਹੀਂ ਨੋਮੀਨੇਟ ਕਰ ਦਿੰਦੀਆਂ? ਆਪਦੇ ਬੰਦੇ ਬਿਠਾ ਦਿਆ ਕਰਨ ਵੀ ਆਹ ਭਾਈ, ਜਿਵੇਂ ਹੁਣ ਬਣਾਉਂਦੇ ਨੇ ਚੇਅਰਮੈਨ, ਉਹ ਫਲਾਣਾ ਬਣਾਤਾ, ਇਹਨਾਂ ਨੂੰ ਵੀ ਐਂ ਕਰ ਦੇਣਾ ਚਾਹੀਦਾ। ਵੈਸੇ ਵੀ ਸੰਗਰੂਰ 'ਚ ਤਾਂ ਹੁਣ ਇਹਨਾਂ ਨੇ ਇਲੈਕਸ਼ਨ ਕਰਾਈ ਨਹੀਂ, ਇਲੈਕਸ਼ਨ ਦੀ ਇੱਥੇ ਕੀ ਲੋੜ ਹੈ, ਕਿਉਂਕਿ ਸਾਰਾ ਕੁਝ ਤਾਂ ਇੰਪਰੂਵਮੈਂਟ ਟਰਸਟ ਕਰ ਰਹੀ ਹੈ। ਇਹ ਡਰਾਮੇ ਕਿਉਂ, ਇਹ ਸਾਡੇ ਨਾਲ ਧੋਖੇਬਾਜ਼ੀਆਂ ਕਿਉਂ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਹੈ? ਕਦੋਂ ਲੋਕਾਂ ਨੂੰ ਸੋਚ ਹੋਸ਼ ਆਊਗੀ ਵੀ ਉਹ ਆਉਣ ਅੱਗੇ ਤੇ ਆਪਾਂ ਇਹ ਸਾਰਿਆਂ ਨੂੰ ਨਿਬੜੇ? ਆਪਣੇ ਹਰ ਇੱਕ ਘਰ ਦੀ ਗੱਲ ਹੈ, ਹਰ ਬੰਦੇ ਦੀ ਗੱਲ ਹੈ, ਹਰ ਇੱਕ ਨੂੰ ਉੱਠਣਾ ਚਾਹੀਦਾ। ਇਸ ਲਈ ਸਾਰੇ ਰਲ ਕੇ ਆਪਾਂ ਹਮਲਾ ਮਾਰੀਏ, ਇਹਨੂੰ ਠੀਕ ਕਰੀਏ। ਡੱਲੀ ਸਾਹਿਬ, ਤੁਹਾਨੂੰ ਕੀ ਲੱਗਦਾ ਜੋ ਇਸ ਦੇ ਜ਼ਿੰਮੇਵਾਰ ਨੇ ਅਧਿਕਾਰੀ ਜਿਨ੍ਹਾਂ ਦੀ ਡਿਊਟੀ ਸੀ, ਉਹਨਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ? ਉਹਨਾਂ ਸਾਰਿਆਂ ਦੇ ਪਰਚੇ ਦਰਜ ਹੋਣੇ ਚਾਹੀਦੇ ਨੇ ਔਰ ਨਾਲ ਦੀ ਨਾਲ ਟਰਮੀਨੇਟ ਹੋਣੇ ਚਾਹੀਦੇ ਨੇ, ਔਰ ਸਸਪੈਂਡ ਤਾਂ ਹੋਣੇ ਹੀ ਹੋਣੇ ਨੇ, ਟਰਮੀਨੇਟ ਹੋਣੇ ਚਾਹੀਦੇ ਨੇ। ਲੋਕਤੰਤਰ ਤੋਂ ਵੱਡੀ ਚੀਜ਼ ਹੈ ਕੁਛ ਨਹੀਂ। ਜਿੱਥੇ ਲੋਕਤੰਤਰ ਨੂੰ ਮਤਲਬ ਸਾਡੇ ਸੈਟਅਪ ਦੀ ਜਿਹੜੀ ਜ਼ਮੀਨ ਹੈ, ਜਿਹਦੇ ਨੀਂਹ ਪੱਟਦੀ, ਉਹ ਕਿਵੇਂ ਰਹਿ ਸਕਦਾ ਉਹ ਬੰਦਾ? ਬਿਲਕੁਲ। ਇਹ ਸੀ ਐਡਵੋਕੇਟ ਜਸਵੀਰ ਸਿੰਘ ਡੱਲੀ, ਜਿਨ੍ਹਾਂ ਨੇ ਕੱਲ ਭਵਾਨੀਗੜ੍ਹ ਦੇ ਵਿੱਚ ਹੋਏ ਲੋਕਤੰਤਰ ਦੇ ਘਾਣ ਦੇ ਉੱਤੇ ਬੋਲਦੇ ਆਖਿਆ ਕਿ ਜੋ ਇਸ ਦੇ ਦੋਸ਼ੀ ਨੇ ਅਧਿਕਾਰੀ, ਉਹਨਾਂ ਨੂੰ ਮੁਅੱਤਲ ਕੀਤਾ ਜਾਣਾ ਚਾਹੀਦਾ ਤੇ ਵਾਰਡ ਨੰਬਰ 10 ਦੇ ਵਿੱਚ ਫਿਰ ਤੋਂ ਵੋਟ ਦੁਬਾਰਾ ਤੋਂ ਹੋਣੀ ਚਾਹੀਦੀ ਆ। ਉਹਨਾਂ ਨੇ ਆਖਿਆ ਕਿ ਆਪਾਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਕਰਦੇ ਹਾਂ, ਜੇਕਰ ਇੱਕ ਪੰਜਾਬ ਦੇ ਮੰਤਰੀ ਇਹੋ ਜਿਹਾ ਕੁਝ ਕਰਾ ਸਕਦੇ ਨੇ ਤਾਂ ਤੁਸੀਂ ਵੀ ਸੋਚ ਕੇ ਦੇਖੋ ਕਿ ਦੇਸ਼ ਦਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਹ ਕੀ ਨਹੀਂ ਕਰਾ ਸਕਦਾ। ਆਪਾਂ ਨੂੰ ਲੋੜ ਆ ਅੱਜ ਉੱਠਣ ਦੀ, ਜਾਗਣ ਦੀ ਤੇ ਸਮਝਣ ਦੀ, ਕਿਉਂ ਕਰਕੇ ਆਪਣੀ ਇੱਕ ਮਤ, ਜਾਣੀ ਕਿ ਮਤ ਦਾ ਮਤਲਬ ਮਤਦਾਨ, ਮਤ ਦੇ ਨਾਲ ਆਪਾਂ ਵੋਟ ਪਾਉਣੇ ਆ, ਸੋਚ ਸਮਝ ਕੇ ਪਾਉਣੇ ਆ। ਪਰ ਜੇ ਆਪਾਂ ਪਾਉਣਾ ਚਾਹੁੰਦੇ ਆ ਹੋਰ ਕਿਸੇ ਨੂੰ ਹੋਰ ਕਿਸੇ ਨੂੰ ਜਾਂਦੀ ਆ, ਪਰ ਇਸ ਦਾ ਜ਼ਿੰਮੇਵਾਰ ਕੌਣ? ਇਹ ਸਾਰੀਆਂ ਗੱਲਾਂ ਦਾ ਜਵਾਬ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਦੇਣਾ ਚਾਹੀਦਾ। ਸੰਗਰੂਰ ਤੋਂ ਹਰਜੀਤ ਸਿੰਘ ਸਿੱਧੂ, BBP ਨਿਊਜ਼।